ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਇੱਥੇ ਆਪਣੇ ਚੈਨਲ 'ਤੇ UGC ਨੈਟ ਪੇਪਰ 1 ਦੀ ਤਿਆਰੀ ਸਟਾਰਟ ਕੀਤੀ ਹੋਈ ਹੈ, ਜਿਹਦੇ ਵਿੱਚ ਆਪਾਂ ਨੇ ਟੀਚਿੰਗ ਐਪਟੀਟਿਊਡ ਜਿਹੜਾ ਉਹ ਯੂਨਿਟ ਕੰਪਲੀਟ ਕਰ ਲਿਆ। ਸੈਕਿੰਡ ਯੂਨਿਟ ਰਿਸਰਚ ਐਪਟੀਟਿਊਡ ਆਪਾਂ ਸਟਾਰਟ ਕਰਨ ਜਾ ਰਹੇ ਹਾਂ। ਜਿਨ੍ਹਾਂ ਨੇ ਪੁਰਾਣੀਆਂ ਵੀਡੀਓਜ਼ ਨਹੀਂ ਦੇਖੀਆਂ, ਤੁਸੀਂ ਪੁਰਾਣੀਆਂ ਵੀਡੀਓਜ਼ ਦੇਖ ਸਕਦੇ ਹੋ। ਟੀਚਿੰਗ ਐਪਟੀਟਿਊਡ ਆਪਾਂ PPT ਤੋਂ ਪੜ੍ਹਾਇਆ ਸੀ, ਬਟ ਮੈਨੂੰ ਲੱਗਦਾ ਹੈ ਕਿ ਹੈਂਡ ਰਿਟਨ ਜਿਹੜੇ ਨੋਟਸ ਹੈ ਉਹ ਜ਼ਿਆਦਾ ਇਫੈਕਟਿਵ ਹੋਣਗੇ। ਆਪਾਂ ਰਿਸਰਚ ਐਪਟੀਟਿਊਡ ਹੈ ਜਿਹੜਾ ਉਹ ਹੈਂਡ ਰਿਟਨ ਨੋਟਸ ਦੇ ਵਿੱਚੋਂ ਪੜ੍ਹ ਕੇ ਦੇਖਦੇ ਹਾਂ, ਫਿਰ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਕਿਹੜਾ ਤੁਹਾਨੂੰ ਜ਼ਿਆਦਾ ਇਫੈਕਟਿਵ ਲੱਗਦਾ। ਤਾਂ ਚਲੋ ਜੀ, ਰਿਸਰਚ ਐਪਟੀਟਿਊਡ ਹੁੰਦਾ ਕੀ ਹੈ? ਰਿਸਰਚ ਐਪਟੀਟਿਊਡ ਖੋਜ ਯੋਗਤਾ ਨਾਲ ਮੈਂ ਕੋਸ਼ਿਸ਼ ਕੀਤੀ ਹੈ ਕਿ ਆਪਾਂ ਪੰਜਾਬੀ ਦਾ ਵੀ ਜਿਹੜਾ ਹੈਗਾ ਕਿ ਥੋੜ੍ਹਾ ਤੁਹਾਨੂੰ ਐਕਸਪਲੇਨ ਕਰਿਆ ਕਰਾਂਗੇ, ਤਾਂ ਕਿ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਦਾ ਮੀਡੀਅਮ ਵਗੈਰਾ ਪਹਿਲਾਂ ਤੋਂ ਪੰਜਾਬੀ ਰਿਹਾ, ਉਹਨਾਂ ਨੂੰ ਕੁਛ ਸਮਝਣ ਦੇ ਵਿੱਚ ਪ੍ਰੋਬਲਮ ਨਾ ਆਵੇ। ਪਰ ਫਿਰ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਊਗੀ ਤਾਂ ਉਹ ਤੁਸੀਂ ਮੇਰੇ ਨਾਲ ਕੰਸਰਨ ਕਰ ਸਕਦੇ ਹੋ। ਤਾਂ ਚਲੋ ਜੀ, ਆਪਾਂ ਟੋਪਿਕ ਸਟਾਰਟ ਕਰਦੇ ਹਾਂ। ਕੰਸੈਪਟ ਆਫ ਰਿਸਰਚ। ਰੀਸਰਚ, ਰੀ ਪਲੱਸ ਸਰਚ, ਦੁਬਾਰਾ ਸਰਚ ਕਰਨਾ ਕਿਸੇ ਚੀਜ਼ ਨੂੰ, ਅਗੇਨ ਪਹਿਲਾਂ ਕੀਤੀ ਹੋਈ ਕਿਸੇ ਖੋਜ ਦੇ ਉੱਪਰ ਦੁਬਾਰਾ ਉਹਨੂੰ ਆਪਾਂ ਸਰਚ ਕਰਨਾ, ਦੁਬਾਰਾ ਉਹਦਾ ਐਨਾਲਿਸਿਸ ਕਰਨਾ, ਚੀਜ਼ਾਂ ਨੂੰ ਦੇਖਣਾ, ਖੋਜਣਾ। ਰਿਸਰਚ ਫॉर ਨਿਊ ਫੈਕਟਸ, ਕਿਉਂ ਕਰਦੇ ਹਾਂ ਆਪਾਂ ਦੁਬਾਰਾ ਵਾਰ-ਵਾਰ ਕਿਸੇ ਚੀਜ਼ ਨੂੰ ਸਰਚ ਕਿਉਂ ਕਰਦੇ ਹਾਂ? ਉਹਦੇ ਵਿੱਚੋਂ ਕੁਛ ਨਿਊ ਫੈਕਟਸ ਕੱਢਣ ਦੇ ਲਈ, ਕੁਛ ਪੁਰਾਣੇ ਜਿਹੜੇ ਹੈਗੇ ਨੇ ਰਿਜ਼ਲਟਸ ਵਗੈਰਾ ਜਾਂ ਉਹਨਾਂ ਨੂੰ ਮੋਡੀਫਾਈ ਕਰਨ ਦੇ ਲਈ। ਐਨੀ ਬ੍ਰਾਂਚ ਆਫ ਨੌਲੇਜ, ਮੋਡੀਫਾਈ ਓਲਡਰ ਵਨਸ ਇਨ ਐਨੀ ਬ੍ਰਾਂਚ ਆਫ ਨੌਲੇਜ। ਨੌਲੇਜ ਦੇ ਕਿਸੇ ਵੀ ਬ੍ਰਾਂਚ ਦੇ ਵਿੱਚ ਆਪਾਂ ਕੋਈ ਵਾਧਾ ਕਰਨਾ ਹੋਵੇ, ਕੋਈ ਮੋਡੀਫਿਕੇਸ਼ਨ ਕਰਨੀ ਹੋਵੇ, ਨਵੀਂ ਕੋਈ ਸਰਚ, ਨਵੇਂ ਕੋਈ ਫੈਕਟਸ ਸਰਚ ਕਰਨੇ ਹੋਣ, ਤਾਂ ਉਹਦੇ ਲਈ ਆਪਾਂ ਰਿਸਰਚ ਕਰਦੇ ਹਾਂ। ਰਿਸਰਚ ਇਜ਼ ਪ੍ਰੋਸੈਸ ਆਫ ਸਿਸਟੇਮੈਟਿਕ ਇਨਕੁਆਇਰੀ। ਸਿਸਟੇਮੈਟਿਕ ਹੁੰਦਾ ਯੋਜਨਾਬੱਧ, ਯੋਜਨਾਬੱਧ ਮਤਲਬ ਕਿ ਇੱਕ ਤਰੀਕੇ ਦੇ ਨਾਲ, ਸਿਸਟੇਮੈਟਿਕ ਇੱਕ ਪ੍ਰੋਸੀਜਰ ਹੁੰਦਾ, ਉਹਦੇ ਵਿੱਚ ਆਪਾਂ ਕਿਸੇ ਚੀਜ਼ ਦੀ ਇਨਕੁਆਇਰੀ ਕਰਨੀ, ਪੜਤਾਲ ਕਰਨੀ। ਨੀਡਸ ਕਲੈਕਸ਼ਨ ਆਫ ਡਾਟਾ, ਕੀ ਰਿਕੁਆਇਰਮੈਂਟ ਹੁੰਦੀ ਹੈ ਰਿਸਰਚ ਦੇ ਵਿੱਚ, ਆਪਾਂ ਕਰਦੇ ਕੀ ਆ? ਕਲੈਕਸ਼ਨ ਆਫ ਡਾਟਾ, ਸਿਸਟੇਮੈਟਿਕ ਇਨਕੁਆਇਰੀ ਦੇ ਲਈ ਆਪਾਂ ਡਾਟਾ ਕਲੈਕਟ ਕਰਦੇ ਹਾਂ। ਉਸ ਤੋਂ ਬਾਅਦ ਉਹਦੀ ਡਾਕੂਮੈਂਟੇਸ਼ਨ, ਜਿਵੇਂ ਕਿ ਦਸਤਾਵੇਜ਼ੀ, ਕਿ ਉਹਨੂੰ ਆਪਾਂ ਡਾਕੂਮੈਂਟੇਸ਼ਨ ਕਰਦੇ ਹੈਗੇ ਹਾਂ, ਉਹਦੀ ਐਨਾਲਿਸਿਸ ਕਰਦੇ ਹਾਂ, ਵਿਸ਼ਲੇਸ਼ਣ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ, ਐਨਾਲਿਸਿਸ ਕਰਦੇ ਹਾਂ। ਡਾਟਾ ਐਨਾਲਿਸਿਸ ਕਰਕੇ ਫਿਰ ਉਹਦੇ ਰਿਜ਼ਲਟਸ ਜਿਹੜੇ ਨਿਕਲਦੇ ਨੇ ਉਹਨਾਂ ਨੂੰ ਆਪਾਂ ਇੰਟਰਪ੍ਰੇਟ ਕਰਦੇ ਹਾਂ, ਉਹਨਾਂ ਦੀ ਵਿਆਖਿਆ ਕਰਦੇ ਹਾਂ, ਦੱਸਦੇ ਹਾਂ ਕਿ ਇਹਨਾਂ ਦੇ ਵਿੱਚੋਂ ਕੀ ਨਿਕਲਿਆ। ਇਨ ਅਕੋਰਡੈਂਸ ਵਿਦ ਸਿਊਟੇਬਲ ਮੈਥਡਸ, ਇਹ ਸਾਰਾ ਕੰਮ ਆਪਾਂ ਕਿਹਦੇ, ਜੇ ਡਾਟਾ ਕਲੈਕਟ ਕਰਨਾ ਉਹਦਾ ਵੀ ਇੱਕ ਮੈਥਡ ਹੋਊਗਾ, ਕੋਈ ਸੈਂਪਲਿੰਗ ਦਾ ਮੈਥਡ ਹੋਊਗਾ, ਕੋਈ ਟੈਕਨੀਕਸ ਲੱਗਣਗੀਆਂ। ਜੇ ਆਪਾਂ ਡਾਟਾ ਐਨਾਲਿਸਿਸ ਕਰਨਾ ਉਹਦਾ ਵੀ ਇੱਕ ਸਪੈਸੀਫਿਕ ਜਿਹੜਾ ਸਿਊਟੇਬਲ ਮੈਥਡ ਹੋਊਗਾ। ਰਿਸਰਚ ਮੈਥਡੋਲੋਜੀ ਹੈ ਜਿਹੜੀ ਉਹ ਕਿਸੇ ਮੀਨਜ਼ ਪ੍ਰੋਸੀਜਰ ਦੇ ਵਿੱਚ ਚੱਲੂਗੀ, ਤਾਂ ਇੱਕ ਸਿਊਟੇਬਲ ਮੈਥਡ ਆਪਾਂ ਯੂਜ਼ ਕਰਾਂਗੇ। ਨੈਕਸਟ ਹੈ ਜੀ ਆਪਣੇ ਕੋਲ ਰਿਸਰਚ ਐਪਟੀਟਿਊਡ ਇਜ਼ ਐਕਵਾਇਰਡ ਔਰ ਨੈਚੁਰਲ ਟੂ ਡੂ ਓਬਜੈਕਟਿਵ ਐਨਾਲਿਸਿਸ ਆਫ ਆਬਜ਼ਰਵੇਸ਼ਨਸ। ਕਿ ਰਿਸਰਚ ਐਪਟੀਟਿਊਡ ਇਹ ਵੀ ਹੋ ਸਕਦਾ ਕਿ ਕਿਸੇ ਦੀ ਮਤਲਬ ਨੈਚੁਰਲ ਸਕਿੱਲ ਹੋਵੇ, ਕਿਸੇ ਨੂੰ ਨੈਚੁਰਲੀ ਮਤਲਬ ਕਿ ਆਦਤ ਹੋਵੇ, ਕਿ ਕਿਉਰਿਓਸਿਟੀ ਰਹਿੰਦੀ ਹੋਵੇ ਚੀਜ਼ਾਂ ਦੀ, ਰਿਸਰਚ ਕਰਨ ਦੀ ਉਹਨੂੰ ਹੈਬਿਟ ਹੋਵੇ। ਜਾਂ ਫਿਰ ਹੋ ਸਕਦਾ ਕਿ ਨੈਚੁਰਲ ਸਕਿੱਲ ਨਾ ਹੋਵੇ ਤਾਂ ਆਪਾਂ ਇਹਨੂੰ ਐਕਵਾਇਰ ਵੀ ਕਰ ਸਕਦੇ ਹਾਂ, ਲਰਨ ਵੀ ਕਰ ਸਕਦੇ ਹਾਂ। ਟੂ ਡੂ ਓਬਜੈਕਟਿਵ ਐਨਾਲਿਸਿਸ ਆਫ ਆਬਜ਼ਰਵੇਸ਼ਨਸ, ਕਿ ਆਬਜ਼ਰਵੇਸ਼ਨਸ ਦਾ, ਨਿਰੀਖਣਸ ਦਾ ਓਬਜੈਕਟਿਵ ਐਨਾਲਿਸਿਸ ਕਰਨਾ, ਵਿਸ਼ਲੇਸ਼ਣ ਕਰਨਾ ਪ੍ਰੋਪਰ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਬਾਇਸ ਫਰੀ ਹੋ ਕੇ ਓਬਜੈਕਟਿਵ ਐਨਾਲਿਸਿਸ ਕਰਨਾ, ਉਹਨੂੰ ਆਪਾਂ ਕਹਿੰਦੇ ਹਾਂ ਕਿ ਇਹਦਾ ਐਪਟੀਟਿਊਡ ਹੈ ਜਿਹੜਾ ਉਹ ਰਿਸਰਚ ਐਪਟੀਟਿਊਡ ਹੈ। ਡਿਵੈਲਪਮੈਂਟ ਆਫ ਜਨਰਲਾਈਜ਼ਡ ਪ੍ਰਿੰਸੀਪਲਸ, ਕਿ ਆਮ ਜਿਹੜੇ ਜਨਰਲਾਈਜ਼ਡ, ਜਿਵੇਂ ਕਿਸੇ ਚੀਜ਼ ਦੀ ਜਨਰਲਾਈਜੇਸ਼ਨ ਹੋ ਜਾਂਦੀ ਆ, ਕਿ ਜਿਵੇਂ ਮੰਨ ਲਓ ਆਪਾਂ ਇੱਕੋ ਤਰ੍ਹਾਂ ਦੀਆਂ ਕੁਛ ਚੀਜ਼ਾਂ ਦੇਖਦੇ ਹਾਂ ਕਿ ਇਹਦਾ ਵੀ ਇੱਦਾਂ ਰਿਜ਼ਲਟ ਹੈ, ਇੱਦਾਂ ਰਿਜ਼ਲਟ ਹੈ, ਇੱਦਾਂ ਰਿਜ਼ਲਟ ਹੈ, ਅਤੇ ਜਨਰਲਾਈਜ਼ ਕਰ ਦਿੰਦੇ ਹਾਂ ਕਿ ਇਹਦਾ ਇਹੀ ਇਫੈਕਟ ਹੈ, ਇਹੀ ਰਿਜ਼ਲਟ ਹੈ। ਤਾਂ ਡਿਵੈਲਪਮੈਂਟ ਆਫ ਜਨਰਲਾਈਜ਼ਡ ਪ੍ਰਿੰਸੀਪਲਸ, ਉਹਦੇ ਬੇਸ 'ਤੇ ਆਪਣੇ ਸਿਧਾਂਤ ਬਣਦੇ ਆ ਆਬਜ਼ਰਵੇਸ਼ਨ ਦੇ ਬੇਸ 'ਤੇ। ਉਤਸੁਕਤਾ, ਕਰਿਓਸਿਟੀ ਆਫ ਹਿਊਮਨ ਮਾਈਂਡ, ਅਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਕਿਸੇ ਦੀ ਨੈਚੁਰਲ ਕਪੈਸਿਟੀ ਹੋਊਗੀ, ਕਿਸੇ ਦੀ ਨੈਚੁਰਲ ਐਬਿਲਿਟੀ ਹੋਊਗੀ ਕਿ ਕਰਿਓਸਿਟੀ ਦੇ ਨਾਲ ਚੀਜ਼ਾਂ ਨੂੰ ਸੋਚਣਾ, ਦੇਖਣਾ, ਉਹਦੀ ਮਤਲਬ ਕਿ ਆਦਤ ਹੀ ਉਵੇਂ ਦੀ ਹੋਊਗੀ, ਨੈਚੁਰਲੀ ਹੋਊਗਾ। ਜਾਂ ਫਿਰ ਰਿਕੁਆਇਰ ਕਰ ਸਕਦੇ ਹਾਂ ਆਪਾਂ ਕਰਿਓਸਿਟੀ ਆਫ ਹਿਊਮਨ ਮਾਈਂਡ ਇਜ਼ ਬਿਲੋਂਗਸ ਟੂ, ਮੀਨਜ਼ ਕਿ ਇੰਪਲਾਈਜ਼ ਟੂ ਰਿਸਰਚ ਐਪਟੀਟਿਊਡ। ਜਿਹੜਾ ਮਾਈਂਡ ਕਰਿਓਸਿਟੀ ਹੋਊਗੀ ਜਿਹਦੇ ਵਿੱਚ, ਉਹੀ ਰਿਸਰਚ ਐਪਟੀਟਿਊਡ ਰੱਖੂਗਾ। ਰਿਸਰਚ ਪ੍ਰੋਸੈਸ ਇਨਵੋਲਵਸ ਮਾਈਕਰੋ ਟੂ ਮੈਕਰੋ ਆਬਜ਼ਰਵੇਸ਼ਨਸ ਆਫ ਪ੍ਰੋਬਲਮ, ਕਿ ਨਿੱਕੀ ਤੋਂ ਨਿੱਕੀ, ਛੋਟੀ ਤੋਂ ਛੋਟੀ ਗੱਲ, ਛੋਟੀ ਤੋਂ ਛੋਟੀ ਆਬਜ਼ਰਵੇਸ਼ਨ, ਕਿਸੇ ਵੀ ਪ੍ਰੋਬਲਮ ਨੂੰ ਛੋਟੀ ਤੋਂ ਲੈ ਕੇ ਵੱਡੀ ਤੋਂ ਵੱਡੀ ਪ੍ਰੋਬਲਮ ਨੂੰ ਓਬਜ਼ਰਵ ਕਰਨਾ ਰਿਸਰਚ ਪ੍ਰੋਸੈਸ ਦੇ ਵਿੱਚ ਆਉਂਦਾ ਹੈ।
ਨੈਕਸਟ ਇਜ਼ ਡੈਫੀਨੇਸ਼ਨਸ ਆਫ ਰਿਸਰਚ। ਵੈਸੇ ਡੈਫੀਨੇਸ਼ਨ ਕੋਈ ਆਪਾਂ ਨੂੰ ਐਗਜ਼ਾਮ ਦੇ ਵਿੱਚ ਪੁੱਛੀ ਤਾਂ ਜਾਊਗੀ ਨਹੀਂ, ਬਟ ਆਪਾਂ ਨੂੰ ਕੰਸੈਪਟ ਕਲੀਅਰ ਕਰਨ ਦੇ ਲਈ ਕਿ ਵਿੱਚ ਰਿਸਰਚ ਦੇ ਵਿੱਚ ਆਪਾਂ ਕਿਹੜੀ ਕਿਹੜੀ ਚੀਜ਼ ਨੂੰ ਕੰਸੀਡਰ ਕਰਦੇ ਹਾਂ, ਉਹਦੇ ਲਈ ਆਪਾਂ ਇੱਕ ਦੋ ਡੈਫੀਨੇਸ਼ਨਸ ਸਪੈਸੀਫਿਕ ਹੈ ਜਿਹੜੀਆਂ ਉਹ ਪੜ੍ਹ ਲੈਂਦੇ ਹਾਂ। A careful consideration of study regarding a particular concern or a problem using scientific methods। Careful consideration of study, ਧਿਆਨ ਨਾਲ ਕਿਸੇ ਚੀਜ਼ ਨੂੰ ਕਰਨਾ, regarding a particular ਕਿਸੇ ਖਾਸ ਪ੍ਰੋਬਲਮ ਜਾਂ ਕਿਸੇ ਖਾਸ ਕੰਸਰਨ ਦੇ ਨਾਲ ਰਿਲੇਟਡ ਚੀਜ਼ਾਂ ਨੂੰ ਆਪਾਂ ਧਿਆਨ ਦੇ ਨਾਲ ਸਟੱਡੀ ਕਰਨਾ by using scientific methods। ਸਾਇੰਟੀਫਿਕ ਮੈਥਡ ਯੂਜ਼ ਕਰਕੇ ਇੱਕ ਸਿਸਟਮ ਦੇ ਵਿੱਚ ਕੋਈ ਵੀ ਪਰਟੀਕੂਲਰ ਮੈਥਡਸ ਪ੍ਰੋਪਰ ਸਿਊਟੇਬਲ ਮੈਥਡ ਅਪਲਾਈ ਕਰਕੇ ਚੀਜ਼ਾਂ ਦੇ ਕਿਸੇ ਕੰਸਰਨ ਹੈ ਜੋ ਵੀ ਆਪਾਂ ਨੂੰ ਪ੍ਰੋਬਲਮ ਹੈ ਉਹਦੇ ਸੋਲਿਊਸ਼ਨ ਤੱਕ ਪਹੁੰਚਣ ਦੀ ਪ੍ਰਕਿਰਿਆ ਨੂੰ ਆਪਾਂ ਰਿਸਰਚ ਕਹਿੰਦੇ ਹਾਂ। ਅਨਦਰ ਜਿਹੜੀ ਡੈਫੀਨੇਸ਼ਨ ਹੈਗੀ ਉਹ ਕੀ ਹੈ, ਸਿਸਟੇਮੈਟਿਕ ਐਫਰਟ ਟੂ ਗੇਨ ਨਿਊ ਨੌਲੇਜ। ਉਹੀ ਚੀਜ਼ ਕਿ ਨਵੀਂ ਨੌਲੇਜ ਜਾਂ ਨਵਾਂ ਕੋਈ ਫੈਕਟ ਕੱਢਣ ਦੇ ਲਈ ਜਾਂ ਪੁਰਾਣੀ ਨੌਲੇਜ ਦੇ ਵਿੱਚ ਮੋਡੀਫਿਕੇਸ਼ਨ ਕਰਨ ਦੇ ਲਈ ਆਪਾਂ ਇੱਕ ਸਿਸਟੇਮੈਟਿਕ ਐਫਰਟ ਕਰਦੇ ਹੈਗੇ ਆਂਗੇ, ਉਹਨੂੰ ਆਪਾਂ ਰਿਸਰਚ ਕਹਿੰਦੇ ਹਾਂ। ਰਿਸਰਚ ਇਜ਼ ਅ ਪ੍ਰੋਸੈਸ ਆਫ ਅਰਾਈਵਿੰਗ ਐਟ dependable solutions to problems through the planned and systematic collection, analysis and interpretation of data। ਕਿ ਜਿਵੇਂ ਆਪਾਂ ਇਹ ਚੀਜ਼ਾਂ ਸਾਰੀਆਂ ਪਹਿਲਾਂ ਕਰ ਚੁੱਕੇ ਹਾਂ, ਬਟ ਇਹਨਾਂ ਨੂੰ ਇੱਕ ਡੈਫੀਨੇਸ਼ਨ ਦੇ ਵਿੱਚ ਪਰੋਇਆ ਗਿਆ ਕਿ ਰਿਸਰਚ ਕੀ ਹੈ, ਇੱਕ ਪ੍ਰੋਸੈਸ ਹੈ ਕਿਸੇ ਭਰੋਸੇਯੋਗ ਸੋਲਿਊਸ਼ਨ 'ਤੇ ਪਹੁੰਚਣਾ, ਕਿਸੇ ਪ੍ਰੋਬਲਮ ਦਾ ਕੋਈ ਭਰੋਸੇਯੋਗ ਕੋਈ ਵਧੀਆ ਸੋਲਿਊਸ਼ਨ ਕੱਢਣ ਦੇ ਲਈ ਥਰੂ ਦਾ ਪਲੈਨਡ ਐਂਡ ਸਿਸਟੇਮੈਟਿਕ ਕਲੈਕਸ਼ਨ, ਡਾਟਾ ਕਲੈਕਟ ਕਰਨਾ ਇੱਕ ਪਲੈਨਡ ਜਿਹੜੇ ਮੈਥਡ ਦੇ ਅਕੋਰਡਿੰਗ ਇੱਕ ਸਿਸਟਮ ਦੇ ਵਿੱਚ ਆਪਾਂ ਰਹਿ ਕੇ ਜਿਹੜੀਆਂ ਚੀਜ਼ਾਂ ਕਲੈਕਟ ਕਰਨਾ ਡਾਟਾ, ਫਿਰ ਐਨਾਲਿਸਿਸ ਕਰਨਾ ਉਹਦਾ, ਫਿਰ ਉਹਦੇ ਰਿਜ਼ਲਟਸ ਹੈ ਜਿਹੜੇ ਉਹ ਇੰਟਰਪ੍ਰੇਟ ਕਰਨੇ ਆਪਾਂ, ਇੰਟਰਪ੍ਰੀਟੇਸ਼ਨ ਆਫ ਡਾਟਾ। ਤਾਂ ਇਹ ਡੈਫੀਨੇਸ਼ਨਸ ਨੇ, ਇਹਨਾਂ ਦੇ ਵਿੱਚੋਂ ਕੁਛ ਮਤਲਬ ਮੋਡੀਫਾਈ ਕਰਕੇ ਕੋਈ ਕੁਐਸਚਨ ਬਣ ਸਕਦਾ ਕਿ ਕੀ ਹੈ ਰਿਸਰਚ ਅਤੇ ਕੀ ਨਹੀਂ ਹੈ। ਤਾਂ ਆਪਾਂ ਧਿਆਨ ਦੇ ਵਿੱਚ ਰੱਖਣਾ ਕਿ ਇੱਕ ਸਿਸਟੇਮੈਟਿਕ ਪ੍ਰੋਸੈਸ ਹੈਗਾ ਰਿਸਰਚ ਹੈ ਜਿਹੜਾ ਉਹ ਪਲੈਨਡ ਐਕਟੀਵਿਟੀ ਹੁੰਦੀ ਹੈ। ਤਾਂ ਨੈਕਸਟ ਆ ਗਿਆ ਆਪਣੇ ਕੋਲ ਓਬਜੈਕਟਿਵਸ ਆਫ ਰਿਸਰਚ, ਕਿ ਉਦੇਸ਼ ਕੀ ਨੇ ਰਿਸਰਚ ਦੇ। ਵੱਖੋ ਵੱਖਰੇ ਉਦੇਸ਼ ਨੇ, ਜਿਵੇਂ ਥਰੈਟੀਕਲ ਓਬਜੈਕਟਿਵਸ ਨੇ, ਫੈਕਚੁਅਲ ਓਬਜੈਕਟਿਵਸ ਨੇ, ਵੇਰੀਏਬਲ ਓਬਜੈਕਟਿਵਸ ਨੇ, ਪ੍ਰੈਕਟੀਕਲ ਓਬਜੈਕਟਿਵਸ ਨੇ, ਇਸ ਤੋਂ ਬਿਨਾਂ ਐਪਲੀਕੇਸ਼ਨ ਬੇਸਡ ਓਬਜੈਕਟਿਵਸ ਨੇ। ਥਰੈਟੀਕਲ ਦੇ ਵਿੱਚ ਜਿਵੇਂ ਸਿਧਾਂਤਕ ਕੋਈ ਥਿਊਰੀ ਡਿਵੈਲਪ ਕਰਨੀ ਹੈ ਤਾਂ ਉਹਦੇ ਲਈ ਵੀ ਆਪਾਂ ਰਿਸਰਚ ਕਰਾਂਗੇ, ਕੋਈ ਨਵੀਂ ਥਿਊਰੀ ਕੋਈ ਨਵਾਂ ਆਪਾਂ ਕੰਸੈਪਟ ਦੇਣਾ ਹੈ ਉਹਦੇ ਲਈ ਵੀ ਆਪਾਂ ਨੂੰ ਰਿਸਰਚ ਕਰਨੀ ਪੈਂਦੀ ਹੈ। ਫੈਕਚੁਅਲ ਮਤਲਬ ਤੱਥਾਤਮਕ, ਮਤਲਬ ਕਿ ਤੱਥ ਕਿਸੇ ਚੀਜ਼ ਦਾ ਫਾਈਂਡ ਕਰਨਾ, ਕੋਈ ਨਿਊ ਫੈਕਟ ਕੱਢਣਾ, ਫੈਕਚੁਅਲ ਮਤਲਬ ਕੋਈ ਨਵਾਂ ਤੱਥ ਦੇਣਾ, ਤਾਂ ਉਹਦੇ ਲਈ ਵੀ ਆਪਾਂ ਰਿਸਰਚ ਕਰਦੇ ਹਾਂ। ਵੇਰੀਏਬਲ ਓਬਜੈਕਟਿਵਸ ਦੇ ਵਿੱਚ ਆ ਜਾਂਦਾ ਕਿ ਜਿਵੇਂ ਦੋ ਜਾਂ ਦੋ ਤੋਂ ਜ਼ਿਆਦਾ ਵੇਰੀਏਬਲਸ ਦੇ ਵਿੱਚ ਕੋਰਿਲੇਸ਼ਨ ਦੱਸਣਾ ਕਿ ਜਾਂ ਉਹਨਾਂ ਦਾ ਕੀ ਇਫੈਕਟ ਹੈ, ਕੀ ਕਾਜ਼ ਹੈ, ਇਸ ਤਰ੍ਹਾਂ ਉਹਦਾ ਕਾਜ਼ ਇਫੈਕਟ ਜਾਂ ਉਹਦਾ ਕੋਰਿਲੇਸ਼ਨ ਦੱਸਣਾ ਕਿ ਇੱਕ ਵੇਰੀਏਬਲ ਨੂੰ ਜੇ ਇਸ ਤਰ੍ਹਾਂ ਚੇਂਜ ਕਰਾਂਗੇ ਤਾਂ ਦੂਜੇ ਦੇ ਉੱਤੇ ਉਹਦਾ ਕੀ ਅਸਰ ਪਊਗਾ। ਤਾਂ ਇਸ ਤਰ੍ਹਾਂ ਇਹਨੂੰ ਆਪਾਂ ਵੇਰੀਏਬਲ ਓਬਜੈਕਟਿਵ ਕਹਿੰਦੇ ਹਾਂ। ਜਾਂ ਫਿਰ ਇਹ ਫਿਲੋਸਫੀ ਦੇ ਵਿੱਚ ਮੀਨਜ਼ ਟਰਮ ਹੈ ਜਿਹੜੀ ਜ਼ਿਆਦਾ ਯੂਜ਼ ਕੀਤੀ ਜਾਂਦੀ ਹੈ, ਵੇਰੀਏਬਲ ਓਬਜੈਕਟਿਵ ਹੈ ਜਿਹੜਾ ਉਹ ਫਿਲੋਸਫੀ ਦੇ ਬੇਸ 'ਤੇ ਹੁੰਦਾ ਹੈਗਾ। ਪ੍ਰੈਕਟੀਕਲ ਓਬਜੈਕਟਿਵ ਜਿਵੇਂ ਆਪਾਂ ਨੂੰ ਪ੍ਰੈਕਟੀਕਲੀ ਕੋਈ ਪ੍ਰੋਬਲਮ ਆ ਗਈ ਅਤੇ ਉਹਨੂੰ ਆਪਾਂ ਸੋਲਵ ਕਰਨਾ, ਤਾਂ ਉਹਦੇ 'ਤੇ ਆਪਾਂ ਪ੍ਰੈਕਟੀਕਲ ਓਬਜੈਕਟਿਵ ਹੋਊਗਾ, ਉਹਦੇ ਲਈ ਵੀ ਆਪਾਂ ਰਿਸਰਚ ਕਰਾਂਗੇ ਕਿ ਇਹਦੇ ਕਿਹੜੇ ਕਿਹੜੇ ਪੋਸੀਬਲ ਸੋਲਿਊਸ਼ਨ ਹੋ ਸਕਦੇ ਨੇ। ਔਨ ਸਪੈਸੀਫਿਕ ਪਰਪਸ, ਕਿ ਕਿਸੇ ਸਪੈਸੀਫਿਕ ਪਰਪਸ ਦੇ ਲਈ ਕੀਤੀ ਜਾਂਦੀ ਹੈ। ਕੋਈ ਪ੍ਰੋਬਲਮ ਆਈ ਆ, ਕੋਈ ਸਿਚੁਏਸ਼ਨ ਹੈ, ਕੋਈ ਇਵੈਂਟ ਹੈ, ਕੋਈ ਵੀ ਪ੍ਰੋਬਲਮ ਹੈਗੀ ਆ, ਕੋਈ ਵੀ ਸਿਚੁਏਸ਼ਨ ਹੈ ਜਿਹਦੇ ਨਾਲ ਆਪਾਂ ਟੈਕਲ ਕਰਨਾ ਚਾਹੁੰਦੇ ਹਾਂ, ਉਹਦੇ ਲਈ ਬੇਸਡ ਆਪਾਂ ਪ੍ਰੈਕਟੀਕਲ ਓਬਜੈਕਟਿਵ ਹੋਊਗਾ ਕਿ ਉਹਦੀ ਜੇ ਆਪਾਂ ਰਿਸਰਚ ਕਰਦੇ ਹਾਂ ਸੋਲਿਊਸ਼ਨਸ ਫਾਈਂਡ ਆਊਟ ਕਰਨ ਲਈ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਪ੍ਰੈਕਟੀਕਲ ਓਬਜੈਕਟਿਵ। ਐਪਲੀਕੇਸ਼ਨ ਓਬਜੈਕਟਿਵਸ, ਐਪਲੀਕੇਸ਼ਨ ਅਤੇ ਪ੍ਰੈਕਟੀਕਲ ਆਲਮੋਸਟ ਸਿਮੀਲਰ ਜਿਹੀ ਆ। ਐਪਲੀਕੇਸ਼ਨ ਵੀ ਇਹ ਹੈ ਵੀ ਕਿ ਅਪਲਾਈ ਕਰਨਾ, ਰਿਸਰਚ ਕਾਹਦੇ ਲਈ ਕਰਦੇ ਹਾਂ ਆਪਾਂ, ਕਿਸੇ ਚੀਜ਼ ਦਾ ਸੋਲਿਊਸ਼ਨ ਕੱਢਣ ਲਈ। ਸੋਲਿਊਸ਼ਨ ਕਾਹਦੇ ਲਈ ਕੱਢਦੇ ਹਾਂ, ਉਹਨੂੰ ਯੂਜ਼ ਕਰਨਾ ਪ੍ਰੈਕਟੀਕਲੀ ਆਪਾਂ ਲਾਈਫ ਦੇ ਵਿੱਚ ਕਿਸੇ ਸਿਚੁਏਸ਼ਨ ਦੇ ਵਿੱਚ। ਯੂਜ਼ ਆਫ ਥਿਊਰੀਜ਼, ਜੇ ਥਿਊਰੀਜ਼ ਦਾ ਯੂਜ਼ ਕਰਨਾ ਉਹਦੇ ਲਈ ਵੀ ਆਪਾਂ ਰਿਸਰਚ ਕਰਦੇ ਹਾਂ ਕਿ ਕਿੱਥੇ ਕਿਹੜੀ ਥਿਊਰੀ ਐਪਲੀਕੇਬਲ ਹੋਊਗੀ। ਤਾਂ ਇਹ ਆ ਗਈ ਵਰਤੋਂ ਜਾਂ ਵਿਵਹਾਰਿਕ ਜਾਂ ਯੂਜ਼ ਐਪਲੀਕੇਸ਼ਨ ਦੇ ਵਿੱਚ। ਥਿਓਰੈਟੀਕਲ ਓਬਜੈਕਟਿਵ ਆਪਾਂ ਜਿਵੇਂ ਦੱਸਿਆ ਹੀ ਹੈ ਤੁਹਾਨੂੰ ਕਿ ਸਿਧਾਂਤਕ, ਕਿ ਪਹਿਲਾਂ ਹੀ ਆਪਾਂ ਕੋਈ ਥਿਊਰੀ ਬਣਾਉਣੀ ਆ, ਹਾਲੇ ਬਣਾਉਣੀ ਆ ਮੀਨਜ਼ ਫਾਰਮੂਲੇਸ਼ਨ ਆਫ ਨਿਊ ਥਿਊਰੀ, ਨਵੀਂ ਥਿਊਰੀ ਬਣਾਉਣੀ ਆ, ਜਾਂ ਆਪਾਂ ਇਹਨੂੰ ਫੰਡਾਮੈਂਟਲ ਵੀ ਕਹਿ ਸਕਦੇ ਹਾਂ। ਫੰਡਾਮੈਂਟਲ ਅੱਗੇ ਜਾ ਕੇ ਆਪਾਂ ਪੜ੍ਹਾਂਗੇ ਰਿਸਰਚ ਦੀਆਂ ਟਾਈਪਸ ਦੇ ਵਿੱਚ ਵੀ, ਉੱਥੋਂ ਤੁਹਾਨੂੰ ਹੋਰ ਵੀ ਜ਼ਿਆਦਾ ਕਲੀਅਰ ਹੋ ਜਾਣਗੀਆਂ ਇਹ ਚੀਜ਼ਾਂ। ਤਾਂ ਨੈਕਸਟ ਉਹੀ ਆ ਗਿਆ ਆਪਣੇ ਕੋਲ ਟਾਈਪਸ ਆਫ ਰਿਸਰਚ।
ਵੱਖੋ ਵੱਖਰੀਆਂ ਇਹਦੀਆਂ ਕਲਾਸੀਫਿਕੇਸ਼ਨਸ ਦਿੱਤੀਆਂ ਹੋਈਆਂ ਨੇ। ਆਪਾਂ ਮੇਨ ਜਿਹੜੀਆਂ ਤੁਹਾਨੂੰ ਡਿਸਕਸ ਕਰਾਂਗੇ, ਜਿਹਦੇ ਨਾਲ ਤੁਹਾਨੂੰ ਬਿਲਕੁਲ ਕਲੀਅਰ ਹੋ ਜਾਊਗਾ ਕਿ ਕਿਹੜੀ ਟਾਈਪਸ ਦੀਆਂ ਜਿਹੜੀਆਂ ਰਿਸਰਚ ਨੇ, ਕਿਹੜੀ ਉਹਦੀ ਕਲਾਸੀਫਿਕੇਸ਼ਨ ਹੈਗੀ ਆ। ਜਿਵੇਂ ਪਹਿਲਾਂ ਆਪਣੇ ਕੋਲੇ ਆ ਗਈ ਡਿਸਕ੍ਰਿਪਟਿਵ ਰਿਸਰਚ। ਡਿਸਕ੍ਰਿਪਟਿਵ ਰਿਸਰਚ ਦੇ ਵਿੱਚ ਅੱਗੇ ਆਪਣੇ ਕੋਲੇ ਨੈਕਸਟ ਫਰਦਰ ਕੈਟੇਗਰੀਜ਼ ਨੇ, ਜਿਵੇਂ ਐਕਸ ਪੋਸਟ ਫੈਕਟੋ ਰਿਸਰਚ ਹੋ ਗਈ, ਹਿਸਟੋਰੀਕਲ ਰਿਸਰਚ ਹੋ ਗਈ, ਐਨਾਲੀਟੀਕਲ ਹੋ ਗਿਆ, ਸਰਵੇ ਹੋ ਗਿਆ, ਕੋਰਿਲੇਸ਼ਨ ਹੋ ਗਿਆ। 1 ਬਾਏ 1 ਮੈਂ ਤੁਹਾਨੂੰ ਇਹ ਵੀ ਐਕਸਪਲੇਨ ਕਰਾਂਗੀ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਟਾਈਪਸ ਦੱਸ ਦਿੰਦੀ ਹਾਂ ਕਿ ਡਿਸਕ੍ਰਿਪਟਿਵ ਰਿਸਰਚ ਹੋ ਗਿਆ, ਐਕਸਪਲੈਨੇਟਰੀ ਹੋ ਗਿਆ, ਐਕਸਪਲੋਰੇਟਰੀ ਹੋ ਗਿਆ, ਨੈਕਸਟ ਆਪਣੇ ਕੋਲ ਐਕਸਪੈਰੀਮੈਂਟਲ ਹੋ ਗਿਆ, ਅਤੇ ਅਨਦਰ ਜਿਹੜੀਆਂ ਕਲਾਸੀਫਿਕੇਸ਼ਨਸ ਨੇ ਪਿਓਰ, ਫੰਡਾਮੈਂਟਲ, ਅਪਲਾਈਡ, ਇਹ ਵੀ ਆਪਾਂ ਡਿਸਕਸ ਕਰਾਂਗੇ। ਮੇਨ ਜਿਹੜੀਆਂ ਬੇਸਿਕ ਇਹ 4 ਜਿਹੜੀਆਂ ਟਾਈਪਸ ਨੇ ਪਹਿਲਾਂ ਆਪਾਂ ਇਹ ਡਿਸਕਸ ਕਰਦੇ ਹਾਂ, ਜਿਹਦੇ ਵਿੱਚੋਂ ਫਸਟ ਆਪਣੀ ਆ ਜਾਂਦੀ ਹੈ ਡਿਸਕ੍ਰਿਪਟਿਵ ਰਿਸਰਚ। ਡਿਸਕ੍ਰਿਪਟਿਵ ਰਿਸਰਚ ਦੇ ਵਿੱਚ ਡਿਸਕ੍ਰਿਪਟਿਵ ਹੁੰਦੀ ਹੈ ਕਿ ਡਿਸਕ੍ਰਾਈਬ ਕਰਨਾ ਕਿਸੇ ਚੀਜ਼ ਨੂੰ, ਆਪਾਂ ਉਹਦਾ ਵਰਣਨਯੋਗ ਰਿਸਰਚ, ਵਰਣਨ ਕਰਦੇ ਹਾਂ ਕਿਸੇ ਚੀਜ਼ ਦਾ, ਆਪਾਂ ਕਿਸੇ ਫੈਕਟਸ ਦਾ, ਕੋਈ ਵੀ ਚੀਜ਼ ਹੈ ਉਹਦੇ ਰਿਜ਼ਲਟਸ ਨੂੰ ਆਪਾਂ ਡਿਸਕ੍ਰਾਈਬ ਕਰਦੇ ਹਾਂ, ਕਿਸੇ ਚੀਜ਼ ਨੂੰ ਐਕਸਪਲੇਨ ਕਰਦੇ ਹਾਂ। ਉਹਦੇ ਵਿੱਚ ਆ ਗਿਆ ਫਸਟ ਟਾਈਪ ਐਕਸ ਪੋਸਟ ਫੈਕਟੋ। ਐਕਸ ਪੋਸਟ ਮਤਲਬ ਕੋਈ ਕੰਮ ਹੋ ਚੁੱਕਿਆ, ਉਹਦੇ ਤੋਂ ਬਾਅਦ ਆਪਾਂ ਕੁਛ ਦੇਖਣਾ ਕਿ ਉਹਦੇ ਕੀ ਇਫੈਕਟ ਹੋਏ। ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਕਿ ਕੋਈ ਭੂਚਾਲ ਆਇਆ, ਉਸ ਤੋਂ ਬਾਅਦ ਉੱਥੇ ਉਹਦੇ ਜੀਵਨ 'ਤੇ ਕੀ ਪ੍ਰਭਾਵ ਪਿਆ, ਤਾਂ ਇਸ ਤਰ੍ਹਾਂ ਦੀ ਐਕਸ ਪੋਸਟ ਫੈਕਟੋ ਰਿਸਰਚ ਕੀਤੀ ਜਾ ਸਕਦੀ ਹੈ। ਸਿਸਟੇਮੈਟਿਕ ਐਮਪੀਰੀਕਲ ਇਨਕੁਆਇਰੀ। ਸਿਸਟੇਮੈਟਿਕ ਤਾਂ ਹਰ ਇੱਕ ਰਿਸਰਚ ਹੋਏਗੀ। ਐਮਪੀਰੀਕਲ ਮੀਨਸ ਹੁੰਦਾ ਐਕਸਪੈਰੀਮੈਂਟਲ, ਕਿ ਬੇਸਡ ਔਨ ਰੀਅਲ ਓਬਜ਼ਰਵੇਸ਼ਨ ਹੈ ਜਿਹੜੀ ਉਹਦੇ ਬੇਸ 'ਤੇ ਹੋਊਗੀ, ਕਿ ਰਿਐਲਿਟੀ ਦੇ ਵਿੱਚ ਜੋ ਹੋਇਆ ਉਹਨੂੰ ਆਪਾਂ ਸਟੱਡੀ ਕਰਨਾ ਹੈਗਾ। ਨੈਕਸਟ ਆ ਗਿਆ ਆਪਣੇ ਕੋਲ ਹਿਸਟੋਰੀਕਲ। ਹਿਸਟੋਰੀਕਲ ਤੋਂ ਹੀ ਕਲੀਅਰ ਹੈ ਕਿ ਇਤਿਹਾਸਕ, ਜਿਵੇਂ ਕੋਈ ਪਾਸਟ ਦੇ ਵਿੱਚ ਕੋਈ ਈਵੈਂਟ ਹੋਇਆ, ਉਹਦਾ ਕੀ ਕਾਰਨ ਰਿਹਾ, ਉਹਦਾ ਫਿਊਚਰ ਦੇ ਉੱਪਰ ਕੀ ਅਸਰ ਪੈ ਸਕਦਾ, ਪ੍ਰੈਜੈਂਟ ਦੇ ਵਿੱਚ ਉਹਦਾ ਕੀ ਮਤਲਬ ਕੰਸੀਕੁਐਂਸਿਸ ਹੈਗੇ ਨੇ, ਉਹਨਾਂ ਚੀਜ਼ਾਂ ਨੂੰ ਸਟੱਡੀ ਕਰਨਾ ਹਿਸਟੋਰੀਕਲ ਰਿਸਰਚ ਦੇ ਵਿੱਚ ਆ ਜਾਂਦਾ। ਕ੍ਰਿਟੀਕਲ ਇਨਕੁਆਇਰੀ ਇਨਟੂ ਪਾਸਟ ਈਵੈਂਟਸ। ਪਾਸਟ ਈਵੈਂਟਸ ਨੂੰ ਕ੍ਰਿਟੀਕਲੀ ਪੂਰੀ ਧਿਆਨ ਦੇ ਨਾਲ ਆਪਾਂ ਦੇਖਣਾ ਕਿ ਕਿਉਂ ਹੋਇਆ ਸੀ, ਕਾਰਨ ਕੀ ਰਹੇ ਸੀਗੇ, ਨੈਕਸਟ ਉਹਦੇ ਪ੍ਰੈਜੈਂਟ ਦੇ ਵਿੱਚ ਕੀ ਅਸਰ ਹੋਣਗੇ, ਫਿਊਚਰ ਦੇ ਉੱਤੇ ਉਹ ਕੀ ਅਸਰ ਪਾ ਸਕਦਾ ਹੈਗਾ। ਤਾਂ ਇਸ ਤਰ੍ਹਾਂ ਦੀ ਹਿਸਟੋਰੀਕਲ ਸਟੱਡੀ ਆਪਾਂ ਕਰ ਸਕਦੇ ਹਾਂ। ਐਨਾਲੀਟੀਕਲ। ਐਨਾਲਿਸਿਸ ਤੋਂ ਹੀ ਸ਼ਬਦ ਬਣਿਆ ਐਨਾਲੀਟੀਕਲ। ਵਿਸ਼ਲੇਸ਼ਣ, ਕਿਸੇ ਚੀਜ਼ ਦਾ ਵਿਸ਼ਲੇਸ਼ਣ ਕਰਨਾ, ਕਿ ਕਾਜ਼ ਐਂਡ ਇਫੈਕਟ, ਕਾਰਨ ਦੱਸਣਾ ਕਿ ਕਿਸੇ ਚੀਜ਼ ਦਾ ਕਾਰਨ ਜਾਂ ਕਾਜ਼ ਜਾਂ ਇਫੈਕਟ ਵੀ ਅਸਰ ਕੀ ਹੋਊਗਾ, ਜਾਂ ਉਹਦਾ ਪ੍ਰਭਾਵ ਕੀ ਹੋਊਗਾ, ਜਾਂ ਉਹਦਾ ਕਾਰਨ ਕੀ ਆ, ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਦੱਸਣਾ। ਨੈਕਸਟ ਆ ਜਾਂਦਾ ਆਪਣੇ ਕੋਲ ਸਰਵੇ। ਸਰਵੇ ਜਿਵੇਂ ਮੋਸਟਲੀ ਹੁੰਦੇ ਆ ਕਿ ਜ਼ਿਆਦਾ ਵੱਡੇ ਡਾਟੇ 'ਤੇ ਗਰੁੱਪ ਜਿਹੜਾ ਉਹ ਵੱਡਾ ਹੁੰਦਾ, ਜਿਵੇਂ ਗੌਰਮੈਂਟ ਸਰਵੇ ਕਰਵਾਉਂਦੀ ਆ ਆਪਣੇ ਮਤਲਬ ਹੈ ਨਾ ਕਿ ਜਨਗਣਨਾ ਕਰਵਾਉਣੀ ਹੈ, ਜਾਂ ਕੋਈ ਕਿਸੇ ਕੰਸੈਪਟ ਦੇ ਉੱਪਰ ਜਿਹੜਾ ਹੈਗਾ ਜਾਣਨਾ ਚਾਹੁੰਦੇ ਨੇ ਆਪਾਂ ਆਪਣੇ ਵਿਊਜ਼, ਤਾਂ ਉਹ ਸਰਵੇ ਕੀਤਾ ਜਾਂਦਾ, ਸਰਵੇਖਣ ਕੀਤਾ ਜਾਂਦਾ। ਇਹਦੇ ਵਿੱਚ ਮੋਸਟਲੀ ਜਿਹੜੀ ਉਹ ਕੁਐਸਚਨਿੰਗ ਕੀਤੀ ਜਾਂਦੀ ਆ, ਕੁਐਸਚਨਰਸ ਹੁੰਦੇ ਆ, ਉਹਨੂੰ ਆਪਾਂ ਫਿਲ ਕਰਦੇ ਹਾਂ, ਤਾਂ ਲਾਰਜ ਨੰਬਰ ਆਫ ਪੀਪਲ 'ਤੇ ਸਰਵੇ ਕੀਤਾ ਜਾਂਦਾ। ਕੋਰਿਲੇਸ਼ਨਲ ਸਟੱਡੀ। ਕੋਰਿਲੇਸ਼ਨ ਦੱਸਣਾ ਕਿ ਕਿਸੇ ਵੇਰੀਏਬਲ ਦਾ ਕਿਸੇ ਦੂਸਰੇ ਵੇਰੀਏਬਲ ਦੇ ਨਾਲ ਕੀ ਕੋਰਿਲੇਸ਼ਨ ਹੈਗਾ, ਕਿ ਉਹਦੇ ਵਧਣ ਨਾਲ ਉਹ ਘਟਦਾ ਹੈ, ਜਾਂ ਉਹਦੇ ਘਟਣ ਨਾਲ ਉਹ ਵੱਧਦਾ ਹੈ, ਜਾਂ ਕੀ ਇਫੈਕਟ ਹੁੰਦਾ ਹੈ ਨਾ। ਤਾਂ ਉਹ ਕੋਰਿਲੇਸ਼ਨ ਜਿਹੜਾ ਉਹ 3 ਤਰ੍ਹਾਂ ਦਾ ਹੋ ਸਕਦਾ ਹੈ, ਪੋਜ਼ੀਟਿਵ, ਨੈਗੇਟਿਵ, ਜ਼ੀਰੋ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਿਸੇ ਚੀਜ਼ ਦੇ ਵਧਣ ਦੇ ਨਾਲ ਜੇ ਦੂਸਰਾ ਵੇਰੀਏਬਲ ਵੀ ਵੱਧ ਰਿਹਾ ਤਾਂ ਉਹ ਕੀ ਹੋਊਗਾ, ਪੋਜ਼ੀਟਿਵ ਕੋਰਿਲੇਸ਼ਨ। ਜੇ ਇੱਕ ਚੀਜ਼ ਦੇ ਵਧਣ ਦੇ ਨਾਲ ਦੂਸਰੀ ਚੀਜ਼ ਘਟ ਰਹੀ ਹੈ ਤਾਂ ਉਹ ਕੀ ਹੋਊਗਾ, ਨੈਗੇਟਿਵ ਕੋਰਿਲੇਸ਼ਨ। ਅਤੇ ਜ਼ੀਰੋ ਕੋਰਿਲੇਸ਼ਨ ਜਦੋਂ ਇੱਕ ਦੂਜੇ ਦੇ ਉੱਪਰ ਕੋਈ ਅਸਰ ਨਾ ਪਵੇ, ਤਾਂ ਨੋ ਕੋਰਿਲੇਸ਼ਨ ਜਾਂ ਜ਼ੀਰੋ ਕੋਰਿਲੇਸ਼ਨ ਆਪਾਂ ਕਹਿ ਸਕਦੇ ਉਹਨੂੰ। ਨੈਕਸਟ ਹੈ ਜੀ ਆਪਣੇ ਕੋਲ ਐਕਸਪਲੇਨੇਟਰੀ ਰਿਸਰਚ। ਵਿਆਖਿਆਤਮਕ, ਐਕਸਪਲੇਨ ਕਰਨਾ ਕਿਸੇ ਚੀਜ਼ ਨੂੰ, ਕਿਸੇ ਈਵੈਂਟ ਦੇ ਕਾਰਨਾਂ ਨੂੰ ਐਕਸਪਲੇਨ ਕਰਨਾ। ਟੂ ਟੈਸਟ ਵਾਈ ਸਰਟਨ ਈਵੈਂਟਸ ਅਕਰ, ਕਿਉਂ ਹੋਇਆ ਜਿਹਾ, ਜਾਂ ਕੋਈ ਥਿਊਰੀ ਬਣੀ ਤਾਂ ਉਹ ਕਿਉਂ ਬਣੀ, ਕਿਵੇਂ, ਉਹਨੂੰ ਐਕਸਪਲੇਨ ਕਰਨਾ ਹੈ ਨਾ। ਐਕਸਪਲੋਰੇਟਰੀ ਰਿਸਰਚ। ਐਕਸਪਲੋਰ ਕਰਨਾ ਮਤਲਬ ਖੋਜਾਤਮਕ, ਐਕਸਪਲੋਰ ਕਰਨਾ ਕਿਸੇ ਚੀਜ਼ ਦੇ ਜਿਹੜੇ ਫੈਕਟਸ ਨੇ ਉਹਨਾਂ ਨੂੰ ਐਕਸਪਲੋਰ ਕਰਨਾ, ਕਿ ਵੈਨ ਪ੍ਰੋਬਲਮਸ ਹੈਵ ਨਾਟ ਕਲੀਅਰਲੀ ਡਿਫਾਈਨਡ, ਮਤਲਬ ਜਦੋਂ ਕਿਸੇ ਪ੍ਰੋਬਲਮ ਦੇ ਕਾਰਨ ਜਾਂ ਕਿਸੇ ਪ੍ਰੋਬਲਮ ਦਾ ਕਲੀਅਰ ਆਪਾਂ ਨੂੰ ਪਤਾ ਨਾ ਹੋਵੇ ਤਾਂ ਉਹਨੂੰ ਆਪਾਂ ਐਕਸਪਲੋਰ ਕਰਦੇ ਹਾਂ, ਦੇਖਦੇ ਹਾਂ ਵੀ ਕੀ ਆ ਪ੍ਰੋਬਲਮ, ਕਿਉਂ ਆ ਪ੍ਰੋਬਲਮ, ਉਹਦੇ ਸੋਲਿਊਸ਼ਨ ਕੀ ਹੋ ਸਕਦੇ, ਉਹਨਾਂ ਨੂੰ ਆਪਾਂ ਐਕਸਪਲੋਰ ਕਰ ਰਹੇ ਹਾਂ, ਮਤਲਬ ਖੋਜ ਕਰ ਰਹੇ ਹਾਂ ਹਾਲੇ। ਵਟ, ਵਾਈ, ਹਾਊ, ਕਿਵੇਂ, ਕਿਉਂ, ਇਸ ਤਰ੍ਹਾਂ ਮਤਲਬ ਕਿ ਕਿਉਂ ਆ ਪ੍ਰੋਬਲਮ, ਕੀ ਆ ਪ੍ਰੋਬਲਮ, ਉਹਦੇ ਸੋਲਿਊਸ਼ਨ ਕੀ ਹੋ ਸਕਦੇ ਨੇ, ਤਾਂ ਉਸ ਚੀਜ਼ ਨੂੰ ਜਦੋਂ ਆਪਾਂ ਐਕਸਪਲੋਰ ਕਰਦੇ ਹਾਂ ਉਹਨੂੰ ਆਪਾਂ ਕਹਿੰਦੇ ਹਾਂ ਐਕਸਪਲੋਰੇਟਰੀ ਰਿਸਰਚ। ਨੈਕਸਟ ਹੈ ਆਪਣੇ ਕੋਲ ਐਕਸਪੈਰੀਮੈਂਟਲ ਰਿਸਰਚ। ਐਕਸਪੈਰੀਮੈਂਟਲ ਪ੍ਰਯੋਗਾਤਮਕ ਜਾਂ ਐਮਪੀਰੀਕਲ ਵੀ ਕਹਿ ਦਿੰਦੇ ਆਪਾਂ ਇਹਨੂੰ। ਮੈਨੀਪੂਲੇਟਸ ਕੰਟਰੋਲ, ਐਕਸਪੈਰੀਮੈਂਟ ਕਰਨਾ, ਜਿਵੇਂ ਆਪਾਂ ਮੋਸਟਲੀ ਵਰਡ ਯੂਜ਼ ਕਰਦੇ ਐਕਸਪੈਰੀਮੈਂਟ ਕਰ ਰਹੇ ਹਾਂ ਆਪਾਂ ਤਾਂ ਇਸ ਚੀਜ਼ 'ਤੇ ਜਾਂ ਹੈ ਨਾ, ਤਾਂ ਐਕਸਪੈਰੀਮੈਂਟ ਦਾ ਮਤਲਬ ਆਪਾਂ ਉਸ ਚੀਜ਼ ਨੂੰ ਆਪਦੇ ਹਿਸਾਬ ਨਾਲ ਕੁਛ ਮੈਨੀਪੂਲੇਟ ਕਰਕੇ, ਕੁਛ ਮੋਡੀਫਿਕੇਸ਼ਨ ਕਰਕੇ, ਕੋਈ ਚੀਜ਼ ਨੂੰ ਕੰਟਰੋਲ ਕਰਕੇ ਉਹਦਾ ਕਿਸੇ ਚੀਜ਼ 'ਤੇ ਇਫੈਕਟ ਦੇਖਣਾ, ਚੇਂਜ
ਵੇਰੀਏਬਲਸ ਦੇ ਵਿੱਚ ਕੀ ਚੇਂਜ ਹੋ ਰਹੀਆਂ ਨੇ ਉਹ ਚੀਜ਼ਾਂ ਨੂੰ ਆਪਾਂ ਨੋਟ ਕਰਨਾ, ਉਹ ਆਪਾਂ ਕਹਿੰਦੇ ਹਾਂ ਐਕਸਪੈਰੀਮੈਂਟ। ਜਿਵੇਂ ਮੰਨ ਲਓ ਆਪਾਂ ਕੋਈ ਟੈਕਨੀਕ ਯੂਜ਼ ਕਰ ਰਹੇ ਹਾਂ ਬੱਚਿਆਂ ਦੇ ਉੱਪਰ ਕਿ ਇਹ ਇਫੈਕਟਿਵ ਹੋਊਗੀ ਜਾਂ ਨਹੀਂ ਹੋਊਗੀ, ਤਾਂ ਇਹ ਇੱਕ ਹਿਸਾਬ ਨਾਲ ਆਪਾਂ ਐਕਸਪੈਰੀਮੈਂਟ ਕਰ ਰਹੇ ਹਾਂ। ਤਾਂ ਇੱਕ ਮੀਨਸ ਆਪਾਂ ਜਿਵੇਂ ਕੰਟਰੋਲ ਗਰੁੱਪ ਲੈ ਲਿਆ ਅਤੇ ਦੂਸਰਾ ਆਪਾਂ ਐਕਸਪੈਰੀਮੈਂਟਲ ਗਰੁੱਪ ਲੈ ਲਿਆ। ਇੱਕ ਗਰੁੱਪ ਨੂੰ ਆਪਾਂ ਉਸ ਵਿਧੀ ਦੇ ਨਾਲ ਜਿਵੇਂ ਮੰਨ ਲਓ ਪੜ੍ਹਾਇਆ, ਦੂਸਰੇ ਗਰੁੱਪ ਨੂੰ ਆਪਾਂ ਨਹੀਂ ਪੜ੍ਹਾਇਆ, ਤਾਂ ਫਿਰ ਉਸ ਤੋਂ ਬਾਅਦ ਆਪਾਂ ਉਹਨਾਂ ਦੋਨਾਂ ਦੇ ਵਿੱਚ ਫ਼ਰਕ ਦੇਖਾਂਗੇ ਕਿ ਫ਼ਰਕ ਕੀ ਹੈ। ਇਹ ਹੋ ਗਿਆ ਆਪਣਾ ਐਕਸਪੈਰੀਮੈਂਟਲ ਰਿਸਰਚ। ਇਸ ਤਰ੍ਹਾਂ ਹੁੰਦੀ ਹੈ, ਮੀਨਸ ਹੋਰ ਵੀ ਇਹਦੀਆਂ ਐਗਜ਼ਾਮਪਲਸ ਆਪਾਂ ਦੇ ਸਕਦੇ ਹਾਂ ਕਿ ਐਕਸਪੈਰੀਮੈਂਟਲ ਜਿਹੜੀ ਰਿਸਰਚ ਆ ਉਹ ਕੰਟਰੋਲ ਕਰਨਾ, ਮੈਨੀਪੂਲੇਟ ਕਰਨਾ, ਜਾਂ ਜਿਵੇਂ ਲੈਬੋਰਟਰੀ ਦੇ ਵਿੱਚ ਆਪਾਂ ਐਕਸਪੈਰੀਮੈਂਟ ਕਰਦੇ ਹਾਂ, ਕਿਸੇ ਚੀਜ਼ ਦਾ ਜਿਹੜਾ ਇਫੈਕਟ ਹੈ ਦੂਸਰੇ ਦੇ ਉੱਪਰ ਦੇਖਣਾ, ਵੇਰੀਏਬਲ ਇੱਕ ਚੇਂਜ ਕਰਨ ਨਾਲ ਦੂਸਰੇ ਦੇ ਵਿੱਚ ਚੇਂਜ ਨੋਟਿਸ ਕਰਨੀ ਕਿ ਕੀ ਚੇਂਜ ਆ ਰਹੀ ਹੈ। ਅਤੇ ਇਹ ਹੁੰਦੀ ਹੈ ਆਪਣੇ ਕੋਲ ਐਕਸਪੈਰੀਮੈਂਟਲ ਰਿਸਰਚ। ਬੇਸਿਕ ਜਿਹੜੀਆਂ 4 ਟਾਈਪਸ ਨੇ ਰਿਸਰਚ ਦੀਆਂ ਯਾਦ ਕਰ ਲੈਣੀਆਂ: ਡਿਸਕ੍ਰਿਪਟਿਵ ਰਿਸਰਚ, ਐਕਸਪਲੈਨੇਟਰੀ, ਐਕਸਪਲੋਰੇਟਰੀ ਐਂਡ ਐਕਸਪੈਰੀਮੈਂਟਲ। ਡਿਸਕ੍ਰਿਪਟਿਵ ਰਿਸਰਚ ਦੇ ਵਿੱਚ ਅੱਗੋਂ ਐਕਸ ਪੋਸਟ ਫੈਕਟੋ, ਹਿਸਟੋਰੀਕਲ, ਐਨਾਲੀਟੀਕਲ, ਸਰਵੇ ਐਂਡ ਕੋਰਿਲੇਸ਼ਨਲ। ਨੈਕਸਟ ਜਿਹੜੀ ਅਨਦਰ ਕਲਾਸੀਫਿਕੇਸ਼ਨ ਹੈਗੀ ਹੈ, ਜਿਵੇਂ ਉਹਦੇ ਵਿੱਚ ਹੈਗਾ ਬੇਸਿਕ, ਪਿਓਰ ਜਾਂ ਫੰਡਾਮੈਂਟਲ, ਇੱਕੋ ਹੀ ਚੀਜ਼ ਹੈ, ਬੇਸਿਕ, ਪਿਓਰ ਜਾਂ ਫੰਡਾਮੈਂਟਲ ਰਿਸਰਚ, ਅਤੇ ਵਰਸਸ ਅਪਲਾਈਡ ਰਿਸਰਚ। ਅਪਲਾਈਡ ਰਿਸਰਚ ਹੋ ਸਕਦੀ ਹੈ ਜਾਂ ਬੇਸਿਕ, ਪਿਓਰ, ਫੰਡਾਮੈਂਟਲ। ਬੇਸਿਕ, ਪਿਓਰ, ਫੰਡਾਮੈਂਟਲ ਨਾਮ ਤੋਂ ਹੀ ਕਲੀਅਰ ਹੈ। ਫੰਡਾਮੈਂਟਲ ਬੁਨਿਆਦੀ, ਬੇਸਿਕ ਹੈ, ਸ਼ੁੱਧ ਹੈ, ਪਿਓਰ ਫਿਲਹਾਲ ਮਤਲਬ ਇਹਦੇ 'ਤੇ ਹੋਰ ਕੋਈ ਥਿਊਰੀ ਵਗੈਰਾ ਨਹੀਂ ਹੋਈ। ਫਸਟ ਪਹਿਲੀਆਂ 'ਚ ਆਪਾਂ ਡਿਵੈਲਪ ਕਰ ਰਹੇ ਹਾਂ ਕੋਈ ਥਿਊਰੀ, ਜਾਂ ਕਿਸੇ ਥਿਊਰੀ ਨੂੰ ਐਨਹਾਂਸ ਕਰ ਰਹੇ ਹਾਂ, ਮੀਨਸ ਉਹਨੂੰ ਐਕਸਪੈਂਡ ਕਰ ਰਹੇ ਹਾਂ। ਜੇ ਪਹਿਲਾਂ ਕੋਈ ਥਿਊਰੀ ਦਿੱਤੀ ਹੋਈ ਹੈ ਤਾਂ ਉਹਦੇ ਵਿੱਚ ਆਪਾਂ ਕੁਛ ਨਿਊ ਐਡ ਕਰ ਰਹੇ ਹਾਂ, ਤਾਂ ਉਹ ਹੁੰਦੀ ਹੈ ਬੇਸਿਕ ਜਾਂ ਫੰਡਾਮੈਂਟਲ ਰਿਸਰਚ। ਇਸ ਤੋਂ ਉਲਟ ਅਪਲਾਈਡ ਰਿਸਰਚ ਕੀ ਹੁੰਦੀ ਹੈ? ਜਿਹੜੀਆਂ ਥਿਊਰੀਜ਼ ਡਿਵੈਲਪ ਹੋ ਚੁੱਕੀਆਂ ਨੇ ਆਲਰੇਡੀ, ਉਹਨਾਂ ਨੂੰ ਆਪਾਂ ਕਿਸੇ ਫੀਲਡ ਦੇ ਵਿੱਚ ਯੂਜ਼ ਕਰਨਾ, ਅਪਲਾਈ ਕਰਨਾ, ਐਪਲੀਕੇਸ਼ਨ। ਕੰਡਕਟਡ ਟੂ ਸੋਲਵ ਸਪੈਸੀਫਿਕ ਪ੍ਰੋਬਲਮ, ਕਿਸੇ ਸਪੈਸੀਫਿਕ ਪ੍ਰੋਬਲਮ ਨੂੰ ਸੋਲਵ ਕਰਨ ਲਈ ਆਪਾਂ ਕੰਡਕਟ ਕਰਦੇ ਹਾਂ ਅਪਲਾਈਡ ਰਿਸਰਚ।